हेलो स्टूडेंट्स। उम्मीद है तुसी ठीक ठाक होवोगे। बच्चों ਆਪਾਂ ਆਪਣੇ ਪਿਛਲੇ ਜ਼ੂਮ ਸੈਸ਼ਨ ਦੇ ਵਿੱਚ ਆਪਣੀ ਕਹਾਣੀ ਪੂਰੀ ਕੀਤੀ ਸੀ ਮਾਂ ਦਾ ਲਾਡਲਾ ਅਤੇ ਹੁਣ ਸੀਬੀਐਸਈ ਦੇ ਰਿਡਿਊਸ ਸਿਲੇਬਸ ਦੇ ਅਨੁਸਾਰ ਇਹ ਸਾਡੀ ਆਖਰੀ ਕਹਾਣੀ ਹੈ। ਇਹਦੇ ਨਾਲ ਸਾਡੀ ਕਥਾ ਜਗਤ ਪਾਠ ਪੁਸਤਕ ਜਿਹੜੀ ਹੈ ਉਹਦਾ ਸਿਲੇਬਸ ਪੂਰਾ ਹੋ ਜਾਏਗਾ। ਕਹਾਣੀ ਹੈ ਆਪਣਾ ਆਪਣਾ ਹਿੱਸਾ ਜੋ ਕਿ ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਹੈ। ਬੱਚੋ ਕਹਾਣੀ ਦਾ ਵਿਸ਼ਾ ਦੱਸਣ ਤੋਂ ਪਹਿਲਾਂ ਤੁਹਾਨੂੰ ਥੋੜੀ ਜਿਹੀ ਉਦਾਹਰਨ ਦਿੰਨੀ ਆ। ਸਾਡੇ ਆਪਣੇ ਪਰਿਵਾਰਾਂ ਦੇ ਵਿੱਚੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਦੇਖਿਆ ਹੋਏਗਾ ਕਿ ਘਰ ਦੇ ਵਿੱਚ ਕੋਈ ਵੀ ਖੁਸ਼ੀ ਜਾਂ ਗਮੀ ਦਾ ਮੌਕਾ ਹੁੰਦਾ ਹੈ ਤਾਂ ਤੁਹਾਡੇ ਪਾਪਾ, ਤੁਹਾਡੇ ਚਾਚਾ, ਤੁਹਾਡੇ ਤਾਇਆ, ਜੋ ਵੀ ਭਰਾ ਨੇ ਉਹ ਰਲ ਮਿਲ ਕੇ ਉਹਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ। ਮੰਨ ਲਓ ਤੁਹਾਡੇ ਭੂਆ ਦੇ ਕਿਸੇ ਬੱਚੇ ਦਾ ਵਿਆਹ ਹੈ, ਨਾਨਕ ਸ਼ੱਕ ਭਰਨ ਜਾਣਾ ਕਹਿੰਦੇ ਆ ਪੰਜਾਬੀ ਸੱਭਿਆਚਾਰ ਦੇ ਵਿੱਚ। ਤਾਂ ਜੇ ਨਾਨਕ ਸ਼ੱਕ ਭਰਨੀ ਹੋਏਗੀ ਤਾਂ ਤੁਹਾਡੇ ਪਿਤਾ ਜੀ, ਤੁਹਾਡੇ ਚਾਚਾ, ਤੁਹਾਡੇ ਤਾਇਆ ਜੋ ਵੀ ਹੈਗੇ ਆ ਉਹ ਭਰਾ ਆਪਸ ਦੇ ਵਿੱਚ ਆਪਣਾ ਆਪਣਾ ਹਿੱਸਾ ਉਹਦੇ ਵਿੱਚ ਪਾਉਂਦੇ ਨੇ, ਪੈਸੇ ਵੰਡ ਲੈਂਦੇ ਨੇ। ਅਤੇ ਜਦੋਂ ਇੱਦਾਂ ਹੀ ਕੋਈ ਦੁੱਖ ਦਾ ਵੇਲਾ ਆਉਂਦਾ ਹੈ, ਲਾਈਕ ਕਿਸੇ ਦੇ ਬਜ਼ੁਰਗ ਦੀ ਘਰੇ ਮੌਤ ਹੋ ਜਾਂਦੀ ਹੈ, ਮਾਂ ਬਾਪ ਦੀ ਮੌਤ ਹੋ ਜਾਂਦੀ ਹੈ, ਉਹਨਾਂ ਦੇ ਭੋਗ 'ਤੇ ਹੋਣ ਵਾਲਾ ਖਰਚਾ ਹੈ, ਅਗੇਨ ਉਹ ਉਹਨਾਂ ਦੀ ਔਲਾਦ ਯਾਨੀ ਕਿ ਤੁਹਾਡੇ ਮਾਂ ਬਾਪ ਦੇ ਚਾਚਾ ਤਾਇਆਂ ਦੇ ਵਿੱਚ ਬਰਾਬਰ ਵੰਡ ਲਿਆ ਜਾਂਦਾ ਹੈ। ਪਰ ਜਦੋਂ ਮਤਲਬ ਦੇਖਣ ਨੂੰ ਭਾਵੇਂ ਲੱਗਦਾ ਹੈ ਕਿ ਚਲੋ ਇਹ ਤਾਂ ਇੱਕ ਰੀਤ ਹੀ ਹੈ, ਇਸੇ ਤਰ੍ਹਾਂ ਹੋਣਾ ਚਾਹੀਦਾ ਹੈ, ਪਰ ਜੇ ਆਪਾਂ ਇਹਨੂੰ ਦੇਖੀਏ ਪ੍ਰੈਕਟੀਕਲੀ ਵਿਵਹਾਰਿਕ ਤੌਰ 'ਤੇ ਕਈ ਵਾਰੀ ਇਹ ਸਹੀ ਨਹੀਂ ਹੁੰਦਾ। ਬਹੁਤੀ ਵਾਰੀ ਇੱਕ ਭਰਾ ਇੱਕ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਹੁੰਦਾ ਹੈ ਅਤੇ ਦੂਸਰੇ ਭਰਾ ਦੀ ਆਰਥਿਕ ਸਥਿਤੀ ਉਨੀ ਨਹੀਂ ਹੁੰਦੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਫਾਈਨੈਂਸ਼ਲੀ ਕੋਈ ਸਾਊਂਡ ਹੈ, ਕੋਈ ਨਹੀਂ ਸਾਊਂਡ, ਪਰ ਜਦੋਂ ਹਿੱਸੇ ਵੰਡਣ ਦੀ ਗੱਲ ਆਉਂਦੀ ਹੈ ਤਾਂ ਸਾਰਿਆਂ ਵਿੱਚ ਬਰਾਬਰ ਵੰਡੇ ਜਾਂਦੇ ਹਨ, ਜਿਹੜਾ ਕਿ ਕੁਦਰਤੀ ਤੌਰ 'ਤੇ ਉਸ ਭਰਾ ਦੀ ਮਾਨਸਿਕ ਸਥਿਤੀ ਨੂੰ ਜ਼ਰੂਰ ਆਪਾਂ ਕਹਾਂਗੇ ਖਰਾਬ ਕਰਦਾ ਹੈ, ਜੋ ਕਿ ਆਰਥਿਕ ਤੌਰ 'ਤੇ ਬਾਕੀਆਂ ਦੇ ਬਰਾਬਰ ਨਹੀਂ ਹੈ। ਉਹ ਆਪਣੇ ਭਰਾਵਾਂ ਤੋਂ ਜ਼ਰੂਰ ਉਮੀਦ ਕਰਦਾ ਹੈ ਕਿ ਉਹਦੀ ਆਰਥਿਕ ਸਥਿਤੀ ਨੂੰ ਰੱਖਦੇ ਹੋਏ ਉਸ ਤੋਂ ਜੋ ਹੈ ਪੈਸੇ ਦੀ ਮੰਗ ਕੀਤੀ ਜਾਵੇ, ਪਰ ਜੋ ਕਿ ਅਕਸਰ ਨਹੀਂ ਹੁੰਦਾ। ਅਤੇ ਕਹਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਹੈ। ਸਾਡੀ ਕਹਾਣੀ ਦਾ ਮੁੱਖ ਪਾਤਰ ਧਰਮ ਸਿੰਘ, ਜਿਹਨੂੰ ਕਿ ਧਰਮਾ ਜਾਂ ਘੁੱਦਾ ਵੀ ਕਹਿ ਕੇ ਜਾਣਿਆ ਜਾਂਦਾ ਹੈ, ਭਲਵਾਨੀ ਕਰਦਾ ਰਿਹਾ ਹੈ, ਜੋ ਕਿ ਪੜ੍ਹਾਈ ਦੇ ਵਿੱਚ ਬਹੁਤਾ ਵਧੀਆ ਨਹੀਂ ਰਿਹਾ। ਤਾਂ ਮਾਂ ਬਾਪ ਨੇ ਉਹਨੂੰ ਖੇਤੀਬਾੜੀ ਦੇ ਕੰਮ ਵਿੱਚ ਪਾ ਲਿਆ ਅਤੇ ਉਹ ਆਰਥਿਕ ਤੌਰ 'ਤੇ ਆਪਣੇ ਦੂਸਰੇ ਭਰਾ, ਸਭ ਤੋਂ ਵੱਡਾ ਭਰਾ ਹੈ ਸਵਰਨ ਸਿੰਘ ਜੋ ਕਿ ਇੱਕ ਇੰਜੀਨੀਅਰ ਹੈ, ਅਤੇ ਉਸ ਤੋਂ ਛੋਟਾ ਇੱਕ ਭਰਾ ਹੈ ਕਰਮ ਸਿੰਘ ਜੋ ਕਿ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਹੈ। ਉਹਦੇ ਪੋਲਟਰੀ ਫਾਰਮ ਵਗੈਰਾ ਹਨ, ਉਹ ਸਮਗਲਿੰਗ ਦਾ ਕੰਮ ਵੀ ਕਰਦਾ ਰਿਹਾ ਹੈ, ਉਹਦੇ ਪੋਲੀਟੀਕਲ ਅਪਰੋਚ ਹੈ। ਤਾਂ ਦੋਨੇ ਭਰਾ ਸਵਰਨ ਸਿੰਘ ਅਤੇ ਕਰਮ ਸਿੰਘ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਖੁਸ਼ਹਾਲ ਹਨ, ਪਰ ਜਦੋਂ ਵੀ ਗੱਲ ਆਉਂਦੀ ਹੈ ਆਰਥਿਕ ਤੌਰ 'ਤੇ ਕਿਸੇ ਤਰ੍ਹਾਂ ਦੇ ਆਪਾਂ ਕਹਾਂਗੇ ਯੋਗਦਾਨ ਪਾਉਣ ਦੀ, ਤਾਂ ਉਹ ਧਰਮ ਸਿੰਘ ਤੋਂ ਬਰਾਬਰ ਦੀ ਜਿਹੜੀ ਹੈ ਪੈਸੇ ਦੀ ਮੰਗ ਕਰਦੇ ਨੇ, ਉਮੀਦ ਕਰਦੇ ਨੇ। ਤਾਂ ਧਰਮ ਸਿੰਘ ਜਿਹੜਾ ਹੈ ਯਾਨੀ ਕਿ ਘੁੱਦਾ ਜਿਹੜਾ ਹੈ ਉਹ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਅਪਸੈਟ ਹੋ ਜਾਂਦਾ ਹੈ, ਅਤੇ ਉਸ ਤੋਂ ਵੀ ਵੱਧ ਦੁੱਖ ਉਹਨੂੰ ਉਦੋਂ ਲੱਗਦਾ ਜਦੋਂ ਉਸਦੀ ਇੱਕ ਭੈਣ ਹੈ ਬਚਨੋ, ਜੋ ਕਿ ਆਪਣੇ ਉਹਨਾਂ ਭਰਾਵਾਂ ਦੇ ਨਾਲ ਖੜੀ ਹੁੰਦੀ ਹੈ ਜਿਹੜਾ ਕਿ ਆਰਥਿਕ ਤੌਰ 'ਤੇ ਚੰਗੇ ਨੇ, ਜਿਨ੍ਹਾਂ ਨੇ ਕਿ ਦਿਨ ਤਿਉਹਾਰ 'ਤੇ ਬਚਨੋਂ ਨੂੰ ਚੰਗਾ ਸੂਟ ਸ਼ਗਨ ਦੇਣਾ ਹੁੰਦਾ ਹੈ। ਕਿਉਂਕਿ ਘੁੱਦਾ ਯਾਨੀ ਕਿ ਧਰਮ ਸਿੰਘ ਤੋਂ ਉਹਨੂੰ ਕੋਈ ਆਰਥਿਕ ਮਦਦ ਦੀ ਜਾਂ ਸ਼ਗਨਾਂ ਦੀ ਜਾਂ ਆਪਾਂ ਕਹਿ ਸਕਦੇ ਹਾਂ ਲੈਣ ਦੇਣ ਦੀ ਬਹੁਤੀ ਉਮੀਦ ਨਹੀਂ ਹੈ। ਤਾਂ ਫਿਰ ਉਹ ਹਮੇਸ਼ਾ ਆਪਣੇ ਵੱਡੇ ਭਰਾਵਾਂ ਯਾਨੀ ਕਿ ਸਵਰਨ ਸਿੰਘ ਅਤੇ ਕਰਮ ਸਿੰਘ ਦੇ ਨਾਲ ਖੜਦੀ ਹੈ, ਜਦ ਕਿ ਧਰਮ ਸਿੰਘ ਚਾਹੁੰਦਾ ਹੈ ਕਿ ਘੱਟੋ ਘੱਟ ਉਹਦਾ ਭੈਣ ਭਣੋਈਆ ਤਾਂ ਉਹਦਾ ਸਾਥ ਦੇਣ। ਪਰ ਲੇਖਕ ਨੇ ਇਸ ਕਹਾਣੀ 'ਚ ਵੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕ ਸਥਿਤੀ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਪਦਾਰਥਵਾਦੀ ਹੋ ਚੁੱਕੀ ਹੈ ਕਿ ਉਹ ਪੈਸੇ ਵਾਲੇ ਲੋਕਾਂ ਦਾ ਸਾਥ ਹੀ ਦਿੰਦੇ ਹੈ। ਕਹਾਣੀ ਵਿੱਚ ਧਰਮ ਸਿੰਘ ਦਾ ਯਾਨੀ ਕਿ ਘੁੱਦੇ ਦਾ ਪਿਤਾ ਵੀ ਹੈ ਬਿਸ਼ਨ ਸਿੰਘ, ਜੋ ਕਿ ਉਹ ਕਮਜ਼ੋਰ ਮਾਂ ਬਾਪ ਨੂੰ ਰਿਪਰੈਜ਼ੈਂਟ ਕਰਦਾ, ਉਹਨਾਂ ਨੂੰ ਜਿਹੜੇ ਕਿ ਆਪਣੀ ਔਲਾਦ ਦੇ ਅੱਗੇ ਦਬ ਜਾਂਦੇ ਨੇ। ਬਿਸ਼ਨ ਸਿੰਘ ਇੱਕ ਸਧਾਰਨ ਕਿਸਾਨ ਹੈ, ਪਰ ਆਪਣੇ ਪੜ੍ਹੇ ਲਿਖੇ ਅਤੇ ਕਮਾਊ ਪੁੱਤਰ ਸਵਰਨ ਸਿੰਘ ਅਤੇ ਕਰਮ ਸਿੰਘ ਜਿਹੜਾ ਹੈ ਉਹਦੇ ਪੁੱਤਰ ਹੀ ਨੇ, ਭਾਵੇਂ ਆਫਿਸਰ ਬਣ ਗਿਆ ਹੈ ਸਵਰਨ ਸਿੰਘ, ਨੌਕਰੀ ਕਰਦਾ ਹੈ, ਜਾਂ ਕਰਮ ਸਿੰਘ ਚੰਗੀ ਆਰਥਿਕ ਸਥਿਤੀ ਦੇ ਵਿੱਚ ਆ ਗਿਆ ਹੈ, ਪਰ ਬਿਸ਼ਨ ਸਿੰਘ ਇੰਨੀ ਹਿੰਮਤ ਨਹੀਂ ਰੱਖਦਾ ਕਿ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰ ਸਕੇ ਅਤੇ ਧਰਮ ਸਿੰਘ ਦਾ ਪੱਖ ਉਹਨਾਂ ਦੇ ਅੱਗੇ ਰੱਖ ਸਕੇ। ਤਾਂ ਪੂਰੀ ਕਹਾਣੀ ਦੇ ਵਿੱਚ ਬੱਚੋ ਅਸਲ ਦੇ ਵਿੱਚ ਮੈਂ ਜ਼ਿਆਦਾ ਦੱਸਾਂਗੀ ਤਾਂ ਤੁਹਾਨੂੰ ਮਜ਼ਾ ਨਹੀਂ ਆਏਗਾ, ਕਹਾਣੀ ਦਾ ਸਾਰਾ ਤੁਹਾਨੂੰ ਜਿਹੜਾ ਹੈ ਸਵਾਦ ਖਰਾਬ ਹੋ ਜਾਂਦਾ ਹੈ। ਤਾਂ ਸਸਪੈਂਸ ਮੈਂ ਜ਼ਿਆਦਾ ਨਹੀਂ ਖੋਲ੍ਹਦੀ ਕਿ ਅਲਟੀਮੇਟਲੀ ਕੀ ਹੁੰਦਾ ਹੈ, ਪਰ ਕਹਾਣੀ ਦਾ ਸਾਰਾ ਜਿਹੜਾ ਆਪਾਂ ਕਹਾਂਗੇ ਘੁੰਮਦਾ ਹੈ ਘਟਨਾਕ੍ਰਮ, ਉਹ ਇਹ ਹੈ ਕਿ ਧਰਮ ਸਿੰਘ ਦੇ ਮਾਤਾ ਦੀ ਡੈਥ ਹੋ ਚੁੱਕੀ ਹੈ, ਉਹਦੀ ਮੌਤ ਹੋ ਗਈ ਹੈ, ਅਤੇ ਉਹਦੇ ਮਰਨੇ 'ਤੇ ਕੀਤੇ ਜਾਣ ਵਾਲੇ ਖਰਚੇ ਦੀ ਤਿਆਰੀ ਲਈ ਤਿੰਨੋਂ ਭਰਾ ਆਪਣੇ ਆਪਣੇ ਹਿੱਸਿਆਂ ਦੀ ਗੱਲ ਕਰਦੇ ਨੇ। ਅਤੇ ਘਟਨਾਕ੍ਰਮ ਇਸ ਤਰ੍ਹਾਂ ਉਸਰਦਾ ਹੈ ਕਿ ਮਾਂ ਬਾਪ ਦੇ ਫੁੱਲਾਂ ਦੇ ਹਿੱਸੇ ਪਾਉਣ 'ਤੇ ਆ ਕੇ ਗੱਲ ਖਤਮ ਹੋ ਜਾਂਦੀ ਹੈ। ਦੇਖੋ ਕਿੱਡੀ ਵੱਡੀ ਤਰਾਸਦੀ ਹੈ ਇਹ ਕਿ ਇੱਕ ਔਲਾਦ ਇਹ ਕਵੇ ਕਿ ਮਾਂ ਦੇ ਫੁੱਲ ਤੁਸੀਂ ਪਾਓ, ਅੱਜ ਜਿਹੜਾ ਜਿਉਂਦਾ ਜਾਗਦਾ ਪਿਓ ਬੈਠਾ, ਜਦੋਂ ਇਹ ਮਰ ਗਿਆ ਅਤੇ ਇਹਦੇ ਫੁੱਲ ਮੈਂ ਪਾ ਆਊਂਗਾ। ਤਾਂ ਕਿੰਨੀ ਕੁ ਮਾਨਸਿਕ ਤੌਰ 'ਤੇ ਆਪਾਂ ਕਹਾਂਗੇ ਕਿ
ਘੁੱਦਾ ਜਿਹੜਾ ਹੈ ਵਲੂੰਦਰਿਆ ਜਾਂਦਾ ਹੈ। ਤਾਂ ਇਸ ਤਰ੍ਹਾਂ ਕਹਾਣੀ ਦਾ ਵਿਸ਼ਾ ਜਿਹੜਾ ਹੈ ਉਹ ਬਦਲੇ ਮਨੁੱਖੀ ਰਿਸ਼ਤੇ ਨੇ, ਕਿ ਕਿਸ ਤਰ੍ਹਾਂ ਮਨੁੱਖ ਦੀ ਸੋਚ 'ਤੇ ਪਦਾਰਥਵਾਦ ਹਾਵੀ ਹੋ ਰਿਹਾ ਹੈ, ਖੂਨ ਦੇ ਰਿਸ਼ਤੇ ਜਿਹੜੇ ਨੇ ਉਹ ਫਿੱਕੇ ਪੈ ਰਹੇ ਨੇ। ਅਤੇ ਜਦੋਂ ਘੁੱਦਾ ਇਹ ਗੱਲ ਕਹਿੰਦਾ ਹੈ ਕਿ ਆ ਜਿਹੜਾ ਜਿਉਂਦਾ ਜਾਗਦਾ ਪਿਓ ਬੈਠਾ ਨਾ, ਜਦੋਂ ਮੇਰੇ ਕੋਲ ਮਤਲਬ ਹੋਏ ਪੈਸੇ ਜਾਂ ਤਾਂ ਮਾਂ ਦੇ ਫੁੱਲ ਅੱਧੇ ਕਹਿੰਦਾ ਮੇਰੇ ਹਿੱਸੇ ਦੇ ਰੱਖ ਦਿਓ, ਮੈਂ ਜਦੋਂ ਮੇਰੇ ਕੋਲ ਵੇਲ ਹੋਈ ਮੈਂ ਪਾ ਆਊਂਗਾ, ਅਤੇ ਜਾਂ ਫਿਰ ਜਿਹੜਾ ਐਂ ਕਰੋ ਮਾਂ ਦੇ ਫੁੱਲ ਤੁਸੀਂ ਉਤਾਰ ਆਓ, ਅਤੇ ਜਿਹੜਾ ਜਿਉਂਦਾ ਜਾਗਦਾ ਪਿਓ ਬੈਠਾ ਹੈ ਇਹ ਮੇਰੇ ਹਿੱਸੇ ਛੱਡ ਦਿਓ, ਜਦੋਂ ਇਹ ਮਰ ਗਿਆ ਤੇ ਫੁੱਲ ਮੈਂ ਪਾ ਦੂੰ। ਹੁਣ ਕਿੱਡੀ ਵੱਡੀ ਇਹ ਸਾਡੀ ਤਰਾਸਦੀ ਹੈ, ਕਿੰਨਾ ਵੱਡਾ ਮਾਨਸਿਕ ਸੰਕਟ ਉਸ ਇਨਸਾਨ ਦੇ ਅੱਗੇ ਹੋਏਗਾ ਜਿਸ ਨੂੰ ਆਪਣੇ ਮਾਂ ਬਾਪ ਦੇ ਲਈ ਇਹੋ ਜਿਹੀ ਗੱਲ ਉਹਨਾਂ ਦੇ ਜਿਉਂਦੇ ਜਾਗਦੇ ਬੋਲਣੀ ਪੈਂਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਭੈਣ ਭਰਾ ਨੇ ਆਪਣੇ ਇੱਕ ਛੋਟੇ ਭਰਾ ਨੂੰ, ਜਿਹੜਾ ਕਿ ਉਹਨਾਂ ਤੋਂ ਛੋਟਾ ਵੀ ਹੈ, ਜਿਹੜਾ ਕਿ ਬਹੁਤ ਮਿਹਨਤੀ ਵੀ ਹੈ, ਕਹਾਣੀ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਬਹੁਤ ਮਿਹਨਤ ਕਰਦਾ ਹੈ, ਅਤੇ ਉਹ ਤੋਂ ਆਪਣਾ ਹਿੱਸਾ ਉਹ ਲੈ ਵੀ ਜਾਂਦੇ ਨੇ। ਅਤੇ ਜਿਹੜਾ ਕਿ ਆਰਥਿਕ ਤੌਰ 'ਤੇ ਕਮਜ਼ੋਰ ਵੀ ਹੈ, ਉਹਦੀ ਮਦਦ ਕਰਨ ਦੀ ਬਜਾਏ ਉਹਨੂੰ ਮਾਨਸਿਕ ਤੌਰ 'ਤੇ ਇੰਨਾ ਕੁ ਜ਼ਿਆਦਾ ਆਪਾਂ ਕਹਾਂਗੇ ਕਿ ਦੁਖੀ ਕੀਤਾ ਜਾਂਦਾ ਹੈ ਕਿ ਉਹ ਇਹ ਗੱਲ ਕਹਿਣ ਲਈ ਮਜਬੂਰ ਹੋ ਜਾਂਦਾ ਹੈ ਕਿ ਬੁੜੀ ਦੇ ਫੁੱਲ ਤੁਸੀਂ ਪਾ ਆਇਓ, ਜਿਹੜਾ ਬੁੜਾ ਬੈਠਾ ਜਿਉਂਦਾ ਜਾਗਦਾ, ਜਦੋਂ ਇਹ ਮਰਿਆ ਦੇ ਫੁੱਲ ਮੈਂ ਪਾ ਦੂੰਗਾ। ਤਾਂ ਇਹ ਸਾਡੀ ਮਨੁੱਖੀ ਵੇਦਨਾ ਦਾ ਜਿਹੜਾ ਹੈ ਸਿਖਰ ਹੈ। ਤਾਂ ਬੱਚੋ ਇਹ ਕਹਾਣੀ ਅਸੀਂ ਜ਼ੂਮ ਸੈਸ਼ਨ ਦੇ ਵਿੱਚ ਪੜ੍ਹਾਂਗੇ। ਉਸ ਤੱਕ ਸਾਹਿਤ ਦੇ ਵਿੱਚ ਤੁਹਾਡੀ ਦਿਲਚਸਪੀ ਜ਼ਰੂਰ ਹੋਣੀ ਚਾਹੀਦੀ ਹੈ। ਕੋਸ਼ਿਸ਼ ਕਰੋ ਹੋ ਸਕੇ ਤਾਂ ਕਹਾਣੀ ਪੜ੍ਹ ਲਓ, ਲੰਬੀ ਕਹਾਣੀ ਹੈ। ਵਰਿਆਮ ਸਿੰਘ ਲੰਬੀਆਂ ਕਹਾਣੀਆਂ ਲਿਖਣ ਦੇ ਲਈ ਜਾਣਿਆ ਜਾਂਦਾ ਹੈ। ਉਹ ਕਹਿੰਦਾ ਤੇਜ਼ ਯਾਤਰਾ ਦਾ ਮੈਨੂੰ ਮਜ਼ਾ ਨਹੀਂ ਆਉਂਦਾ, ਮੇਰੀ ਕਹਾਣੀ ਇਸ ਤਰ੍ਹਾਂ ਹੁੰਦੀ ਹੈ ਕਿ ਸਾਈਕਲ 'ਤੇ ਕੋਈ ਖੇਤਾਂ ਵਿੱਚ ਦੀ ਲੰਘਦਾ ਜਾਂਦਾ ਹੈ ਅਤੇ ਆਸ-ਪਾਸ ਦੇ ਹਰ ਦ੍ਰਿਸ਼ ਦਾ ਨਜ਼ਾਰਾ ਆਨੰਦ ਉਹ ਮਾਣਦਾ ਜਾਂਦਾ ਹੈ। ਤਾਂ ਕਹਾਣੀ ਵਿੱਚ ਹਰ ਡਿਟੇਲ ਦਿੰਦਾ ਹੈ। ਜਦੋਂ ਅਸੀਂ ਕਹਾਣੀ ਪੜ੍ਹਾਂਗੇ ਤਾਂ ਖਾਸ ਕਰਕੇ ਪੇਂਡੂ ਵਾਤਾਵਰਨ ਦੇ ਨਾਲ ਜੁੜੇ ਹੋਏ ਬੱਚੇ ਜ਼ਰੂਰ ਇਹਨੂੰ ਇੰਜੋਏ ਕਰਦੇ। ਇੱਦਾਂ ਲੱਗਦਾ ਹਰ ਘਟਨਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ, ਉਹਨਾਂ ਦੇ ਆਪਣੇ ਘਰ ਵਿੱਚ ਹੀ ਵਾਪਰ ਰਹੀ ਹੈ। ਅਤੇ ਜੇ ਤੁਸੀਂ ਪੇਂਡੂ ਵਾਤਾਵਰਨ ਦੇ ਨਾਲ ਜਾਣੂ ਨਹੀਂ ਹੋ ਤਾਂ ਵੀ ਤੁਹਾਨੂੰ ਮਜ਼ਾ ਆਏਗਾ, ਤੁਹਾਨੂੰ ਇੱਕ ਨਵੀਂ ਝਾਕੀ, ਇੱਕ ਨਵਾਂ ਦ੍ਰਿਸ਼ ਵੇਖਣ ਨੂੰ ਮਿਲੇਗਾ। ਤਾਂ ਬੱਚੋ ਪੜ੍ਹਦੇ ਹਾਂ ਕਹਾਣੀ, ਆਪਣਾ ਹਿੱਸਾ ਨੈਕਸਟ ਜ਼ੂਮ ਸੈਸ਼ਨ ਦੇ ਵਿੱਚ। ਉਦੋਂ ਤੱਕ ਆਪਣੇ ਘਰ ਰੱਖੋ, ਸੁਰੱਖਿਅਤ ਰਹੋ। ਧੰਨਵਾਦ।